ਮੁਕਤੀ ਪਾਉਣ ਲਈ ਹੋਣਾ ਪੈਂਦਾ ਪਹਿਲਾਂ ਮੁਕਤ ਮਾਇਆਵੀ ਪ੍ਰਭਾਵਾਂ ਤੋਂ, ਖੁਦ ਨੂੰ ਵਰਜ ਕੇ ਰੱਖਣਾ ਪੈਂਦਾ ਅਵਗੁਣਾਂ ਵਾਲੇ ਰਾਹਾਂ ਤੋਂ। ਜਦੋਂ ਜੁੜੇ ਇਬਾਦਤ ਮੂਲ ਪੁਰਖ ਨਾਲ, ਟੁੱਟ ਕੇ ਸਭ ਨਾਵਾਂ ਥਾਵਾਂ ਤੋਂ, ਮਨ ਬਿਰ ਫਿਰ ਹੀ ਆਤਮ ਅਮਰ ਹੈ ਹੁੰਦੀ, ਇਹ ਜਮ ਜੂਨ ਦੀਆਂ ਸਜਾਵਾਂ ਤੋਂ, ਇਹ ਜਮ ਜੂਨ ਦੀਆਂ ਸਜਾਵਾਂ ਤੋਂ। ਚੈਨਲ ਤੂੰ ਸੱਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਆ ਮੁਕਤੀ ਦੀ ਆਸ। ਅਧਿਆਤਮਕ ਜਗਤ ਵੱਲ ਖਿੱਚ ਦਾ ਕੇਂਦਰ ਤੇ ਪ੍ਰੇਰਨਾ ਦਾ ਇੱਕ ਸੋਮਾ ਬਣਿਆ ਇੱਕ ਉਹ ਸ਼ਬਦ ਜਿਸ ਦੀ ਚਾਹਨਾ ਇਨਸਾਨ ਦੇ ਕਦਮਾਂ ਨੂੰ ਅਧਿਆਤਮਿਕਤਾ ਦੀਆਂ ਲੀਹਾਂ ਤੇ ਤੋਰਦੀ ਹੈ, ਤੇ ਉਹ ਸ਼ਬਦ ਆ ਮੁਕਤੀ। ਕਈ ਜਨਮਾਂ ਵਿੱਚ ਭੌਂਦਿਆਂ ਭਵਜਲ ਦੇ ਬਿਖੜੇ ਪੈਂਡੇ ਵਿੱਚ ਚੱਕਰ ਕੱਟਦਿਆਂ 84 ਦੇ ਗੇੜ ਦੀ ਜੂਹੇ ਪਿਆ ਜਦੋਂ ਮਾਨਸ ਦੇਹੀ ਦੀ ਵਾਰੀ ਆਉਂਦੀ ਏ, ਤਾਂ ਅਧਿਆਤਮਿਕਤਾ ਦਾ ਮਾਰਗ ਇਨਸਾਨ ਨੂੰ ਮਾਨਸ ਜੂਨੀ ਦੀ ਸਿਰਮੌਰਤਾ ਨੂੰ ਯਾਦ ਕਰਾਉਂਦਿਆਂ ਇਸ ਨੂੰ ਪ੍ਰੇਰਨ ਦੀ, ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਇਸ ਨੂੰ ਇਸੇ ਹੀ ਜੂਨੀ ਵਿੱਚ ਮੁਕਤ ਹੋਣ ਦਾ ਮਾਰਗਦਰਸ਼ਨ ਕਰਵਾਉਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਚੋਇਓ। ਇੱਥੋਂ ਤੱਕ ਤਾਂ ਹੋਈ ਵੱਖ-ਵੱਖ ਜੂਨੀਆਂ ਵਿੱਚ ਭੌਣ ਦੀ ਗੱਲ, ਤੇ ਫਿਰ ਅੱਗੇ ਆਖਦੇ ਨੇ ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਹਿੰਦੇ ਹੁਣ ਵਾਰੀ ਆ ਪਰਮ ਪੁਰਖ ਨੂੰ ਮਿਲਣ ਦੀ, ਕਿਉਂਕਿ ਮਨੁੱਖਾ ਦੇਹੀ ਦੀ ਬਣਤਰ, ਇਹਦੀ ਸੂਝ ਸਮਝ, ਇਹਦੀ ਸੋਚ ਦਾ ਤਲ ਇਸ ਕਾਬਿਲ ਹੈ ਕਿ ਇਹ ਸਥੂਲ ਦੇਹੀ ਤੋਂ ਅੰਦਰੂਨੀ ਸਤਾ ਵੱਲ ਪਰਤ ਆਤਮ ਸਤਾ ਨੂੰ ਜਗਾ ਕੇ ਪਰਮਾਤਮਾ ਵੱਲ ਵਾਪਸੀ ਕਰ ਜਮ ਜੂਨ ਦੇ ਚੱਕਰਵਿਊਹ ਚੋਂ ਮੁਕਤੀ ਹਾਸਲ ਕਰ ਸਕਦੀ ਏ। ਪਰ ਸੂਖਮ ਤਲ ਤੋਂ ਆਤਮ ਸਤਾ ਦੀ ਮੁਕਤੀ ਤੱਕ ਪਹੁੰਚਣ ਤੋਂ ਪਹਿਲਾਂ ਸਥੂਲ ਤਲ ਨੂੰ ਵੀ ਤਾਂ ਮੁਕਤ ਹੋਣਾ ਪੈਣਾ ਏ। ਇਸ ਦੇਹੀ ਦੀ ਯੋਗ ਵਰਤੋਂ ਕਰਕੇ ਸੱਚੇ ਸੁੱਚੇ ਕਰਮ ਨੂੰ ਅੰਜਾਮ ਵੀ ਤਾਂ ਦੇਣਾ ਪੈਣਾ ਹੈ। ਦਰਅਸਲ ਮੁਕਤੀ ਪਾਉਣ ਦੀ ਸ਼ੁਰੂਆਤ ਦੇਹੀ ਪੱਖ ਤੋਂ ਪੀੜ੍ਹੀਆਂ ਪਈਆਂ ਪਕੜਾਂ ਤੋਂ ਖਲਾਸ ਹੋ ਜਾਣ ਤੋਂ ਹੀ ਤਾਂ ਸ਼ੁਰੂ ਹੁੰਦੀ ਹੈ। ਵਿਕਾਰਾਂ ਦੀ, ਅਵਗੁਣਾਂ ਦੀ ਦਲਦਲ ਵਿੱਚ ਖੁੱਬੇ ਪੈਰ ਬਾਹਰ ਕੱਢ ਲੈਣ ਤੋਂ ਹੀ ਤੇ ਸ਼ੁਰੂ ਹੁੰਦੀ, ਕਿਉਂਕਿ ਦੇਹੀ ਪੱਖ ਤੋਂ ਅਸੀਂ ਇਨਸਾਨ ਜਦੋਂ ਤੱਕ ਵਿਕਾਰਾਂ ਤੇ ਅਵਗੁਣਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦੇ, ਉਹਨਾਂ ਚਿਰ ਤੱਕ ਆਤਮਕ ਤਲ ਦੀ ਮੁਕਤੀ ਦੀ ਆਸ ਰੱਖਣਾ ਬੇਮਾਇਨੇ ਗੱਲ ਆ। ਕਿਉਂਕਿ ਜਦੋਂ ਤੱਕ ਮਨ ਵਿਕਾਰਾਂ ਵੱਲੋਂ ਸਾਫ਼ ਨਾ ਹੋਇਆ, ਉਹਨਾਂ ਚਿਰ ਤੱਕ ਭਗਤੀ ਦਾ ਵਧਾ ਨਹੀਂ ਹੋ ਸਕਦਾ, ਤੇ ਜੇ ਭਗਤੀ ਦਾ ਵਧਾ ਹੀ ਨਾ ਹੋਇਆ ਤੇ ਫਿਰ ਸੁਰਤ ਆਤਮਕ ਸਤਾ ਦੀ ਗਹਿਰਾਈ ਵਿੱਚ ਉਤਰ ਕੇ ਆਤਮਾ ਦੀ ਮੁਕਤੀ ਦਾ ਕੋਈ ਹੀਲਾ ਕਿੱਦਾਂ ਕਰ ਸਕਦੀ ਏ। ਗੁਰੂ ਗੁਰਬਾਣੀ ਵਾਕਿਆ ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਇਸ ਲਈ ਜੇ ਅਸੀਂ 84 ਦੇ ਗੇੜ ਚੋਂ ਮੁਕਤ ਹੋਣ ਲਈ, ਆਤਮਾ ਦੀ ਇਸ ਜਮ ਜੂਨ ਚੋਂ ਮੁਕਤੀ ਕਰਵਾਉਣ ਲਈ ਅਧਿਆਤਮਕ ਮਾਰਗ ਤੇ ਤੁਰਦੇ ਜਾਂ ਤੁਰਨ ਦੀ ਕੋਸ਼ਿਸ਼ ਕਰਦੇ ਪਏ ਹਾਂ, ਤਾਂ ਇਹਦੇ ਲਈ ਇਹ ਗੱਲ ਜ਼ਰੂਰ ਹੀ ਸਮਝ ਲੈਣੀ ਚਾਹੀਦੀ ਆ ਕਿ ਆਤਮਾ ਦੀ ਮੁਕਤੀ ਤਾਂ ਹੀ ਸੰਭਵ ਆ ਜੇ ਪਹਿਲਾਂ ਕਰਮ ਦੇ ਤਲ ਤੋਂ ਦੇਹੀ ਨੂੰ ਸਭ ਵਿਕਾਰਾਂ ਤੇ ਅਵਗੁਣਾਂ ਦੇ ਪ੍ਰਭਾਵਾਂ ਤੋਂ ਮੁਕਤੀ ਦਿਵਾ ਦਿੱਤੀ ਜਾਵੇ। ਪਹਿਲਾਂ ਜਦੋਂ ਦੇਹੀ ਮਾਇਆਵੀ ਪ੍ਰਭਾਵਾਂ ਤੋਂ ਪਕੜਾਂ ਤੋਂ ਆਜ਼ਾਦ ਹੋਵੇਗੀ, ਫਿਰ ਉਦੋਂ ਹੀ ਇਹ ਆਸ ਬੱਝ ਸਕਦੀ ਏ ਆਤਮਾ ਦੇ 84 ਜੂਹ ਚੋਂ ਨਿਕਲ ਕੇ ਪਰਮਾਤਮਾ ਵਿੱਚ ਸਮਾ ਸਕਣ ਦੀ। ਗੁਰੂ ਗੁਰਬਾਣੀ ਫਰਮਾਨੇ ਗੁਰਮੁਖ ਹੋਵੇ ਸੇ ਬੰਧਨ ਤੋੜੇ, ਮੁਕਤੀ ਕਹਿ ਕਰ ਪਾਏਂਦਾ। ਪਰ ਜੇ ਪਹਿਲਾਂ ਕਰਮ ਦੇ ਤਲ ਤੋਂ ਦੇਹੀ ਸਾਫ਼ ਨਾ ਹੋਈ, ਫਿਰ ਸੋਚ ਦਾ, ਸੁਰਤੀ ਦਾ, ਆਤਮ ਸਤਾ ਤੇ ਪਹੁੰਚਣਾ ਵੀ ਅਸੰਭਵ ਹੋ ਜਾਂਦਾ ਹੈ। ਇਸ ਲਈ ਜੇ ਅਸੀਂ ਮੁਕਤੀ ਦੀ ਆਸ ਰੱਖ ਅਧਿਆਤਮਿਕਤਾ ਦਾ ਰਾਹ ਆਪਣੇ ਜੀਵਨ ਵਿੱਚ ਚੁਣਨਾ ਚਾਹੁੰਦੇ ਹਾਂ, ਤੇ ਫਿਰ ਪਹਿਲਾਂ ਸੱਚ ਬੋਲ ਕੇ ਝੂਠ ਤੋਂ ਮੁਕਤ ਹੋ ਜਾਈਏ, ਸਬਰ ਸੰਤੋਖ ਰੱਖ ਕੇ ਲੱਭ ਲੋਭ ਤੋਂ ਖਲਾਸੀ ਪਾ ਲਈਏ, ਜਤ ਸਤ ਨਿਮਰਤਾ ਰੱਖ ਮੁਕਤੀ ਹਾਸਲ ਕਰ ਲਈਏ ਕਾਮ ਤੇ ਕ੍ਰੋਧ ਤੋਂ, ਤੇ ਸਦਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਦੇਹੀ ਨੂੰ ਬਾਹਰੋਂ ਕਰਮ ਦੇ ਤਲ ਤੋਂ ਸਾਫ਼ ਸੁਥਰਾ ਤੇ ਪਕੜਾਂ ਤੋਂ ਮੁਕਤ ਕਰ, ਫਿਰ ਆਤਮ ਸਤਾ ਦੀ ਅੰਦਰੂਨੀ ਪੱਖ ਤੋਂ ਖੋਜ ਕਰਦਿਆਂ ਪਰਮ ਪੁਰਖ, ਸਤਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦਾ ਧਿਆਨ ਕਰ ਆਪ ਦੀ ਭਗਤੀ ਵਧਾਈਏ।
ਸੁੱਤੇ ਸਿਧਾਤਮਕ ਸਤਾ ਨੂੰ ਜਾਗਰਤ ਕਰ ਇਹਦੀ ਮੁਹਾਰ ਤੱਤਾਂ ਤੋਂ ਪਰਮਾਤਮਾ ਵੱਲ ਨੂੰ ਮੋੜੀਏ ਤੇ ਜਦੋਂ ਜਾਗਰਤ ਹੋਈ ਆਤਮਾ ਖੋਜਦੀ ਆਪਣੇ ਪਰਮਾਤਮਾ ਪਿਤਾ ਤੱਕ ਪਹੁੰਚ ਜਾਊਗੀ, ਫਿਰ ਹੀ ਇਹ ਆਤਮ ਜੋਤ ਪਰਮ ਆਤਮ ਜੋਤ ਸਤ ਸਰੂਪ ਵਿੱਚ ਸਮਾ ਕੇ ਸਦਾ ਲਈ ਮੁਕਤ ਹੋ ਸਕਦੀ ਏ ਇਸ ਜਮ ਜੂਨ ਦੀ ਹੱਦ ਤੋਂ। ਸਤਿ ਸ੍ਰੀ ਅਕਾਲ ਜੀ।